बैठियो बहर एकाकी होवा चितवत चित मैं गुरु संसय सब कोवा। वाहिगुरु जी का खालसा वाहिगुरु जी की फतेह। गुरु रूप गुरु प्यारी गुरु सवारी सतगुरु जी की साजी नवाजी अति सत्कारयोग साध संगत जीओ। आप जी बड़े ही प्यार ते सत्कार दे नाल गुरु चरनां विच बैठ के लड़ीवार चल रही गुर इतिहास की कथा नूं सरवण कर रहे हो। आप जी ने पिछे चल रही लड़ी विच सुनिया है कि बाबा अमरदास जी जिन्हां दे बारे पावन बाणी च फरमान है, भले अमरदास गुण तेरे तेरी उपमा तू ही बन आवे। ऐसे गुरु अमरदास जी गुरु बनने तो पहला गुरु अंगद देव जी महाराज जी की शरण विच किवें आउंदे हन, सारा प्रसंग आपने सुनिया कि गुरु अंगद देव महाराज जी की पुत्री बीबी अमरो बाबा अमरदास जी के भतीजे भाई जस्सू जी नाल विआही हुई है। बीबी अमरो दे कोलों पावन बाणी जाली रैन जाल दिन हुआ जेती घड़ी फाही तेती। रास रस चोग चुगै नित फासै छूट समूढ़े कवन गुणी। चित चेतस की नहीं बावरिया हर विसरत तेरे गुण गलिया। मारू राग दा पावन शब्द सुनिया, बाणी सुनी मन द्रवित हो उठिया। बीबी अमरो दे नाल परिवार दे नाल अपने नगर तो चल के खडूर साहिब पहुंचे। खडूर साहिब पहुंच के गुरु अंगद देव साहब महाराज जी की हजूरी विच गए। गुरु अंगद देव जी ने कुड़म जान के सत्कार दिता, पर बाबा अमरदास जी ने अगों चरनी पै के मत्था टेकिया, सिर झुकाया। दुनियावी रिश्ते नूं रूहानीयत दे रिश्ते दे अगे हावी ना होण दिता। लंगर दा समा हो गया। गुरु अंगद देव महाराज जी दे नाल ही पंगत विच बैठ के बजुर्ग बाबा अमरदास जी ने लंगर छकिया। अगे आओ आपां बाबा अमरदास जी की रहनी गुरु घर दे अंदर किवें है, सेवा किवें करदे हन, किस तरीके श्री अमरदास जी की सेवा करने का प्रसंग है। गुरु चरनां विच गुरु जी नूं सेवा दे नाल रिझाउण दा प्रसंग है। सेवा की महानता वो सारा सरवण करते हाँ। हाजरियां लवाउंदे होए आखो जी सतनाम श्री वाहिगुरु साहिब जीओ। गुरु अंगद देव महाराज जी दे कोल पंगत विच बैठ के लंगर ही छकिया बाबा अमरदास जी ने। ये ना कुछ जताया कि असी लड़के वाले हाँ, असी कुड़मां दे घर आए हाँ, साडा कोई विशेष सन्मान होना चाहिए। ऐसा नहीं। गुरु घर की जो मर्यादा है उस अनुसार भोजन किया।
ਲੰਗਰ ਛਕਿਆ ਤ੍ਰਿਪਤੀ ਹੋ ਗਈ, ਜਲ ਛਕ ਲਿਆ, ਪਾਣੀ ਪੀਤਾ ਹੈ। ਉਜਰਿਓ ਦਾਸ ਕੋ ਜੋ ਬਚਿਓ ਆਹਾਰਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਆਪ ਖੁਦ ਸ਼ੀਤ ਪ੍ਰਸ਼ਾਦ ਜੋ ਗੁਰੂ ਜੀ ਦਾ ਭੋਗ ਲੱਗਦਾ ਸੀ ਉਹ ਵੀ ਕਿਸੇ ਗੁਰਸਿੱਖ ਨੂੰ ਮਿਲ ਜਾਣਾ, ਇਹ ਵੱਡੀ ਬਖਸ਼ਿਸ਼ ਹੁੰਦੀ ਸੀ। ਬਾਬਾ ਅਮਰਦਾਸ ਜੀ ਦੇ ਮਨ ਵਿੱਚ ਫੁਰਨਾ ਆ ਗਿਆ ਵੀ ਮੈਂ ਪਹਿਲੇ ਦਿਨ ਆਇਆ ਹਾਂ, ਜੇ ਮੈਨੂੰ ਕਿਤੇ ਗੁਰੂ ਜੀ ਆਪਣਾ ਸ਼ੀਤ ਪ੍ਰਸ਼ਾਦ ਦੇ ਦੇਣ ਤੇ ਮੈਂ ਭਾਗਾਂ ਵਾਲਾ ਹੋ ਜਾਵਾਂ, ਮੇਰੇ ਭਾਗ ਖੁੱਲ ਜਾਣ, ਮੈਂ ਸਮਝ ਜਾਵਾਂ ਮੇਰਾ ਹੀ ਟਿਕਾਣਾ ਹੈ। ਉਹਨਾਂ ਦੇ ਮਨ ਦੀ ਜਾਣ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸੇਵਾਦਾਰ ਸਿੱਖ ਨੂੰ ਆਖਿਆ, ਕਹਿੰਦੇ ਦੇਹੋ ਪੁਰਖ ਤਿਸ ਜਾਏ, ਕਰ ਚਿਹਰੇ ਦਾ ਉਦਾਰਾ। ਗੁਰੂ ਅੰਗਦ ਦੇਵ ਜੀ ਨੇ ਆਪ ਆਪਣੇ ਥਾਲ ਦੇ ਵਿੱਚੋਂ ਸ਼ੀਤ ਪ੍ਰਸ਼ਾਦ ਬਾਬਾ ਅਮਰਦਾਸ ਜੀ ਨੂੰ ਦਿੱਤਾ। ਸੇਵਾਦਾਰ ਨੂੰ ਆਖਿਆ ਜਾਓ ਉਸ ਪੁਰਖ ਨੂੰ ਦੇ ਦਿਓ, ਛਕ ਲਵੇ। ਇਹਨਾਂ ਨੇ ਭੋਜਨ ਛਕਿਆ, ਬਹੁਤ ਖੁਸ਼ੀ ਮਨਾਈ, ਬੜੇ ਆਨੰਦਿਤ ਹੋ ਗਏ ਕਿ ਮਹਾਰਾਜ ਨੇ ਮੈਨੂੰ ਆਪਣੇ ਥਾਲ ਦੇ ਵਿੱਚੋਂ ਪ੍ਰਸ਼ਾਦ ਦਿੱਤਾ, ਸ਼ੀਤ ਪ੍ਰਸ਼ਾਦ ਦੇ ਦਿੱਤਾ। ਬੜੀ ਖੁਸ਼ੀ ਹੋਈ, ਬੜੇ ਸਤਿਕਾਰ ਦੇ ਨਾਲ ਭੋਗ ਲੱਗਿਆ, ਪ੍ਰਸ਼ਾਦ ਛਕਿਆ ਗੁਰੂ ਜੀ ਦਾ। ਇੱਕ ਸਿੱਖਿਆ ਵੀ ਹੈ ਕਿ ਜਿਸ ਪ੍ਰਸ਼ਾਦ ਨੂੰ ਗੁਰੂ ਜੀ ਦਾ ਭੋਗ ਲੱਗਿਆ ਹੋਵੇ, ਗੁਰੂ ਜੀ ਨੇ ਮਾਨੋ ਕਿ ਗੁਰੂ ਜੀ ਦਾ ਹੀ ਪ੍ਰਸ਼ਾਦ ਹੁੰਦਾ, ਉਹਨੂੰ ਛਕਣਾ ਚਾਹੀਦਾ। ਕਈ ਲੋਕ ਪ੍ਰਸ਼ਾਦ ਲੈਂਦੇ ਨਹੀਂ ਹਨ, ਗਿਲਾਨੀ ਕਰਦੇ ਹੈ, ਬੇਸਮਝੀ ਹੈ। ਕਿਣਕੇ ਤੋਂ ਕਿਣਕਾ ਲੈ ਲਓ ਜਿੰਨਾ ਵੀ ਇੱਛਾ ਹੈ, ਪਰ ਲਓ ਜ਼ਰੂਰ। ਗਿਲਾਨੀ ਨਾ ਕਰੋ ਪ੍ਰਸ਼ਾਦ ਨਾਲ, ਕਦੇ ਨਫ਼ਰਤ ਨਾ ਕਰੋ। ਕਿਣਕਾ ਮਾਤਰ ਲੈ ਲਓ ਪਰ ਜ਼ਰੂਰ ਛਕੋ। ਇਉਂ ਬਾਬਾ ਅਮਰਦਾਸ ਜੀ ਨੇ ਪ੍ਰਸ਼ਾਦ ਲੈ ਕੇ ਛਕਿਆ ਹੈ। ਹਾਂ, ਸਮ ਮੇਰ ਥਿਰਾਇਓ। ਸ਼ੀਤ ਪ੍ਰਸ਼ਾਦ ਛਕਣ ਨਾਲ ਐਸੀ ਕਿਰਪਾ ਬਣੀ, ਮਨ ਟਿਕ ਗਿਆ, ਡੋਲਿਆ ਨਾ। ਜਿਹੜਾ ਮਨ ਪਹਿਲਾਂ ਥਰ ਥਰ ਕੰਬਦਾ ਸੀ, ਉਹ ਮਨ ਟਿਕ ਗਿਆ। ਜਿਵੇਂ ਸੁਮੇਰ ਪਰਬਤ ਇੱਕ ਥਾਂ ਟਿਕ ਜਾਂਦਾ ਹੈ, ਇਸ ਤਰੀਕੇ ਮਨ ਟਿਕ ਗਿਆ। ਸ਼ਾਂਤੀ ਆ ਗਈ, ਦੁਬਿਧਾ ਦੂਰ ਹੋ ਗਈ, ਮਨ ਸੀ ਜਿਹੜਾ ਟਿਕ ਗਿਆ ਬਾਬਾ ਅਮਰਦਾਸ ਜੀ ਦਾ। ਤੇ ਸਾਧ ਸੰਗਤ ਜੀ, ਪਾਨ ਕਰਿਓ ਜਲ, ਧੋਏ ਕਰ ਜਲ ਛਕਿਆ, ਭੋਜਨ ਛਕਿਆ, ਹੱਥ ਸੁੱਚੇ ਕਰ ਲਏ, ਕਰੜੇ ਕਰ ਲਏ, ਧੋ ਲਏ। ਲੰਗਰ ਵਿੱਚ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਬਾਹਰ ਆ ਗਏ ਹਨ। ਬਾਹਰ ਬੈਠੇ ਸੰਗਤ ਨੂੰ ਵੇਖਦੇ ਰਹੇ, ਦਰਸ਼ਨ ਕਰਦੇ ਰਹੇ, ਕਿਵੇਂ ਸੰਗਤ ਆਉਂਦੀ ਹੈ, ਕੀ ਮਰਿਆਦਾ ਹੈ। ਇਹ ਵੀ ਲਾਜ਼ਮੀ ਹੁੰਦੀ। ਗੁਰੂ ਘਰ ਆਈਏ ਤੇ ਕਮ ਸੇ ਕਮ ਮਰਿਆਦਾ ਨੂੰ ਵੇਖੀਏ, ਇੱਥੇ ਦੀ ਕੀ ਮਰਿਆਦਾ ਹੈ। ਕਈ ਬੰਦੇ ਸ਼ਰਧਾ ਵਾਲੇ ਵੀ ਹੁੰਦੇ, ਮਰਿਆਦਾ ਨਹੀਂ ਜਾਣਦੇ, ਖਤਾ ਖਾ ਜਾਂਦੇ ਆ। ਥੋੜ੍ਹੇ ਦਿਨ ਪਹਿਲਾਂ ਇੱਕ ਨਿਹੰਗ ਸਿੰਘ ਆਏ, ਬੜੇ ਕਾਹਲੀ ਦੇ ਨਾਲ ਜੰਗਲਾ ਖੋਲ੍ਹਿਆ, ਧੱਕੇ ਨਾਲ ਆ ਕੇ ਚੌਰ ਕਰਨ ਲੱਗ ਪਏ। ਭਾਵੇਂ ਕਿ ਚੌਰ ਦੀ ਸੇਵਾ ਬਹੁਤ ਵੱਡੀ ਸੇਵਾ ਹੈ, ਪਰ ਉਹਦੇ ਲਈ ਮਰਿਆਦਾ ਬੜੀ ਲਾਜ਼ਮੀ ਹੈ। ਜਿਹੜੇ ਹਜ਼ੂਰੀ ਦੇ ਵਿੱਚ ਸੇਵਾਦਾਰ ਸਿੱਖ ਨੇ, ਪਹਿਲਾਂ ਉਹਨਾਂ ਤੋਂ ਆਗਿਆ ਲੈਣੀ ਬਣਦੀ ਹੈ, ਪੁੱਛਣਾ ਬਣਦਾ। ਕਰਤਾਬੇ ਜਦੋਂ ਪਹਿਲਾਂ ਸੇਵਾਦਾਰ ਚੌਰ ਕਰ ਰਿਹਾ ਸਿੰਘ, ਉਹਦੇ ਹੱਥੋਂ ਖੋਹਣਾ ਇਹ ਵੀ ਠੀਕ ਨਹੀਂ। ਕਈ ਵਾਰ ਬਾਣੀ 'ਚ ਲਿਖਿਆ ਹੁੰਦੀ ਚੰਗੀ ਗੱਲ, ਪਰ ਥੋੜ੍ਹੀ ਮੱਤ ਦੇ ਨਾਲ ਸੇਵਾ ਲੈਣੀ ਤੇ ਕੀ ਮੱਤ ਥੋੜ੍ਹੀ ਸੇਵ ਗਵਾਈ ਹੈ। ਤਾਂ ਚੰਗਾ ਤਾਂ ਇਹੀ ਹੈ ਕਿ ਚੰਗੇ ਤਰੀਕੇ ਦੇ ਨਾਲ
ਪਹਿਲਾਂ ਦੇਖ ਲਿਆ ਜਾਏ, ਮਰਿਆਦਾ ਨੂੰ ਜਾਣ ਲਿਆ ਜਾਏ ਤੇ ਫਿਰ ਉਸ ਤਰੀਕੇ ਸੇਵਾ ਕੀਤੀ ਜਾਏ ਤੇ ਬੜਾ ਫਲ ਮਿਲਦਾ ਹੈ। ਬਾਬਾ ਅਮਰਦਾਸ ਜੀ ਨੇ ਉਸ ਦਿਨ ਸਾਰਾ ਦਿਨ ਸਿੱਖ ਸੰਗਤ ਨੂੰ ਵੇਖਿਆ, ਵਾਚਿਆ ਕਿਵੇਂ ਸੰਗਤ ਗੁਰੂ ਜੀ ਕੋਲ ਆਉਂਦੀ ਹੈ, ਕੀ ਗੁਰੂ ਘਰ ਦੀ ਮਰਿਆਦਾ ਹੈ। ਬਾਹਰੀ ਭਾਵੇਂ ਕਿ ਸਮੁੱਚੀ ਮਰਿਆਦਾ ਨੂੰ ਸਮਝਦਿਆਂ ਪੂਰਾ ਜੀਵਨ ਲੱਗ ਜਾਂਦਾ, ਫਿਰ ਵੀ ਕਿਤੇ ਨਾ ਕਿਤੇ ਬੰਦੇ ਤੋਂ ਕਮੀ ਰਹਿ ਜਾਂਦੀ। ਪਰ ਜਿਹੜਾ ਕਿਵੇਂ ਆਉਣਾ, ਕਿਵੇਂ ਬੈਠਣਾ, ਕਿਸ ਤਰੀਕੇ ਪ੍ਰਕਰਮਾ ਕਰਨੀ, ਨਮਸਕਾਰ ਕਰਨੀ, ਮਹਾਰਾਜ ਨਾਲ ਬਚਨ ਕਦੋਂ ਕਰਨਾ, ਇਹ ਸਾਰੀਆਂ ਚੀਜ਼ਾਂ ਧਿਆਨ ਵਿੱਚ ਰੱਖਣ ਯੋਗ ਹੁੰਦੀਆਂ ਹਨ। ਬਾਬਾ ਅਮਰਦਾਸ ਜੀ ਨੇ ਸਾਰਾ ਦਿਨ ਇਹ ਚੀਜ਼ ਨੂੰ ਵੇਖਿਆ ਹੈ। ਤੋ ਸ਼ਾਮਾਂ ਦਾ ਸਮਾਂ ਫੇਰ ਹੋ ਗਿਆ, ਸੰਗਤ ਕਰਦੇ ਰਹੇ, ਸੰਗਤ ਵਿੱਚ ਬੈਠੇ ਰਹੇ, ਭੋਜਨ ਫਿਰ ਬਣਿਆ ਗੁਰੂ ਘਰ। ਦੋਵੇਂ ਸਮੇਂ ਭੋਜਨ ਤਿਆਰ ਹੁੰਦਾ, ਉਦੋਂ ਵੀ ਲੰਗਰ ਛਕਣ ਲਈ ਆਏ। ਬਾਬਾ ਅਮਰਦਾਸ ਜੀ ਨੇ ਹੁਣ ਇਹ ਨੇਮ ਬਣਾ ਲਿਆ ਕਿ ਗੁਰੂ ਕੀ ਸੰਗਤ ਵੀ ਗੁਰੂ ਕੀ, ਪੰਗਤ ਵੀ ਗੁਰੂ ਕੀ। ਕੋਈ ਲੰਗਰ ਵਿੱਚ ਵੀ ਕਿੰਤੂ ਪਰੰਤੂ ਨਹੀਂ, ਸੰਗਤ ਵਿੱਚ ਵੀ ਕੋਈ ਕਿੰਤੂ ਪਰੰਤੂ ਨਹੀਂ ਕਰਨਾ, ਫੁਰਨਾ ਨਹੀਂ ਉਠਾਉਣਾ। ਜੋ ਸੇਵਾਦਾਰ ਨੇ ਥਾਲ ਵਿੱਚ ਪਾ ਦਿੱਤੀ ਦਾਲ, ਸਬਜ਼ੀ, ਮਿੱਸਾ, ਰੁੱਖਾ, ਪ੍ਰਸ਼ਾਦਾ, ਬਸ ਛਕ ਲੈਣਾ ਸਤਿਨਾਮ ਕਹਿ ਕੇ। ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ, ਕੋਈ ਨਖਰਾ ਨਹੀਂ, ਬਸ ਕਿਉਂਕਿ ਗੋਲਾ ਮੁੱਲ ਖਰੀਦ ਕਾਰੇ ਜੋਗਣਾ। ਜਿਹਨੇ ਕੁਝ ਪਾਉਣਾ ਹੁੰਦਾ ਹੈ, ਕੁਝ ਖੱਟਣਾ ਗੁਰੂ ਘਰੋਂ, ਉਹਨੂੰ ਤੇ ਸਾਧ ਸੰਗਤ ਜੀ ਸਿਰ ਦੀਜਾ ਆਪ ਗਵਾਏ ਇਉਂ ਜੀਵਨ ਜਿਉਣਾ ਪੈਂਦਾ ਹੈ। ਆਪ ਗਵਾਈਆ ਤਾਂ ਸਹੁ ਪਾਈਆ ਔਰ ਕੈਸੀ ਚਤੁਰਾਈ। ਸੇਵਕ ਦੇ ਲਈ ਇਹ ਮਾਰਗ ਇਸ ਤਰ੍ਹਾਂ ਹੀ ਹੈ। ਭਾਈ ਗੁਰਦਾਸ ਜੀ ਤੇ ਕਹਿੰਦੇ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ। ਇਹਦੇ ਉੱਤੇ ਚੱਲਣ ਲਈ ਆਪਾ ਗਵਾਉਣਾ ਪੈਂਦਾ ਹੈ। ਲੰਗਰ ਵਿੱਚ ਜਾਂਦੇ, ਬੈਠਦੇ, ਭੋਜਨ ਛਕਦੇ, ਜੋ ਸੇਵਾਦਾਰ ਲਾਂਗਰੀ ਸਿੰਘ ਦੇ ਦਿੰਦੇ ਛਕ ਲੈਂਦੇ। ਉਸ ਤੋਂ ਬਾਅਦ ਇਕਾਂਤ ਵਿੱਚ ਬੈਠ ਜਾਣਾ, ਸੰਗਤ ਵਿੱਚ ਜੋ ਜਾਪ ਹੋਣਾ ਗੁਰਮੰਤਰ ਦਾ, ਉਹੀ ਜਾਪ ਇਕਾਂਤ ਵਿੱਚ ਬੈਠ ਕੇ ਵੀ ਕਰਨਾ। ਸੰਗਤ ਆਪਣਾ ਲਾਜ਼ਮੀ ਹੈ, ਇਕਾਂਤ ਵਿੱਚ ਵੀ ਅਭਿਆਸ ਉਹਦਾ ਹੋਣਾ ਬੜਾ ਲਾਜ਼ਮੀ ਹੈ। ਬਾਬਾ ਅਮਰਦਾਸ ਜੀ ਇਕਾਂਤ ਵਿੱਚ ਵੀ ਜਾਪ ਕਰਦੇ ਹਨ। ਇਸ ਪ੍ਰਕਾਰ ਦਿਨ ਕਿਤਕ ਬਿਤਾਏ। ਇਸ ਤਰੀਕੇ ਸਾਧ ਸੰਗਤ ਜੀ ਕਈ ਦਿਨ ਬਾਬਾ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸੇਵਾ ਵਿੱਚ ਰਹਿ ਕੇ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਕਈ ਦਿਨ ਬਤੀਤ ਕੀਤੇ। ਸੰਗਤ ਦੇ ਨਾਲ ਮਿਲ ਕੇ ਜਿਹੜੀ ਕੋਈ ਸੇਵਾਦਾਰ ਸੇਵਾ ਕਹਿ ਦਿੰਦਾ, ਸੇਵਾ ਕਰ ਲਿਆ ਕਰਦੇ। ਸੰਗਤ ਵਿੱਚੋਂ ਕੋਈ ਕੰਮ ਕਹਿ ਦਿੰਦਾ, ਉਹ ਕੰਮ ਨੂੰ ਬੜੀ ਖੁਸ਼ੀ ਨਾਲ ਕਰਦੇ। ਹਾਲਾਂਕਿ ਦਾੜਾ ਚਿੱਟਾ ਹੈ, ਬਜ਼ੁਰਗ ਹੈ, ਪਰ ਗੁਰੂ ਘਰ ਦੇ ਅੰਦਰ ਉਹਨਾਂ ਨੂੰ ਪਤਾ ਹੈ ਸਰੀਰ ਦੀ ਉਮਰ ਦੀ ਕੋਈ ਵੈਲਿਊ ਨਹੀਂ। ਇੱਥੇ ਤੇ ਜਿੱਦਣ ਗੁਰੂ ਕੇ ਘਰ ਵਿੱਚ ਆ ਕੇ ਪ੍ਰਵੇਸ਼ ਹੋਇਆ, ਉਸ ਦਿਨ ਤੋਂ ਉਮਰ ਗਿਣੀ ਜਾਣੀ ਹੈ। ਵੀ ਅੱਜ ਆਇਆ ਤੇ ਭਾਵੇਂ 50 ਸਾਲਾਂ ਦਾ ਆਇਆ, ਇੱਕ ਦਿਨ ਦਾ ਹੀ ਹੈ ਜੇ ਅੱਜ ਆਇਆ ਗੁਰੂ ਘਰ। ਗੁਰੂ ਘਰ ਨਾਲ 5 ਸਾਲ ਪਹਿਲਾਂ ਸੰਬੰਧ ਜੁੜਿਆ ਹੈ, ਉਮਰ 75 ਸਾਲਾਂ ਦੀ, ਪਰ ਗੁਰੂ ਘਰ ਦੇ ਵਿੱਚ 5 ਸਾਲ ਦਾ ਬੱਚਾ ਹੀ ਹੈ ਹਜੇ। ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਗੁਰੂ ਘਰ ਦੇ ਵਿੱਚ ਇੱਕ ਵੱਖਰਾ ਜਨਮ ਹੈ। ਤਦੇ ਤੇ ਜਦੋਂ ਅੰਮ੍ਰਿਤ ਛਕਦਾ ਗੁਰੂ ਕਾ ਸਿੰਘ, ਜੇ ਤਾਂ ਉਹਦਾ ਨਾਮ ਪਹਿਲਾਂ ਹੀ ਗੁਰਮਤਿ ਅਨੁਸਾਰ ਹੀ ਰੱਖਿਆ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਰੱਖਿਆ ਹੋਵੇ, ਫਿਰ ਤੇ 5 ਪਿਆਰੇ ਸਹਿਬਾਨ ਉਹੀ ਨਾਮ ਰਹਿਣ ਦੇ ਦਿੰਦੇ ਆ। ਪਰ ਜੇ ਗੁਰੂ ਘਰ ਦੇ ਵਿੱਚ ਪ੍ਰਵੇਸ਼ ਉਸ ਦਿਨ ਹੋਇਆ, ਨਾਮ ਕੋਈ ਹੋਰ ਹੈ, ਇਸਲਾਮ ਮਤ 'ਚੋਂ ਆਇਆ, ਹਿੰਦੂ ਮਤ 'ਚੋਂ ਆਇਆ, ਗੁਰਮਤਿ ਨਾਲ ਜੁੜਿਆ ਨਹੀਂ, ਤੇ ਜਿੱਥੇ ਉਹਦੀ ਸਰੀਰ ਦੀ ਕਿਰਿਆ ਬਦਲੀ ਜਾਂਦੀ, ਉੱਥੇ ਉਹਦਾ ਨਾਮਕਰਨ ਵੀ ਕੀਤਾ ਜਾਂਦਾ। ਹੁਕਮਨਾਮਾ ਸਾਹਿਬ ਦੇ ਪਹਿਲੇ ਅੱਖਰ ਤੋਂ ਨਾਮ ਰੱਖਿਆ ਜਾਂਦਾ। ਭਾਵੇਂ
50 ਸਾਲਾਂ ਦਾ ਬੰਦਾ ਅੰਮ੍ਰਿਤ ਛਕ ਲਏ ਤਾਂ ਉਹ ਇਹ ਕਿਉਂਕਿ ਜਨਮ ਮੰਨਿਆ ਜਾਂਦਾ ਹੈ, ਜਿਸ ਦਿਨ ਗੁਰੂ ਘਰ ਨਾਲ ਸੰਬੰਧ ਜੁੜਿਆ ਉਸ ਦਿਨ ਉਹਦਾ ਨਵਾਂ ਜਨਮ ਹੋਇਆ ਹੈ। ਇਸ ਤਰੀਕੇ ਬਾਬਾ ਅਮਰਦਾਸ ਜੀ ਇਹ ਗੱਲ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਤੇ ਹਜੇ ਕੱਲ੍ਹ ਇੱਥੇ ਆਇਆ, ਹਜੇ ਤੇ 2-4 ਦਿਨਾਂ ਦੀ ਜ਼ਿੰਦਗੀ ਹੈ ਗੁਰਮਤਿ ਵਾਲੀ। ਵਹਿਰ ਲੈ ਭੋਜਨ ਖਾਏ। ਹਾਂ, ਬੜੀ ਤਰੀਕੇ ਨਾਲ ਸੇਵਾ ਕਰਦੇ ਨੇ। ਰਹਾ ਹੈ ਵਹਿਰ ਲੈ ਭੋਜਨ ਖਾਏ, ਰਹਿੰਦੇ ਆ, ਸੇਵਾ ਕਰਦੇ ਆ, ਭੋਜਨ ਛਕ ਲੈਂਦੇ ਹਨ। ਸ੍ਰੀ ਅੰਗਦ ਪੁਨ ਨਹੀਂ ਬੁਲਾਇਓ। ਹੁਣ ਕਸਵੱਟੀ ਵੀ ਲੱਗਦੀ ਆ। ਕਈ ਵਾਰ ਜਿਹੜੇ ਰਿਸ਼ਤੇਦਾਰ ਹੁੰਦੇ ਨੇੜਲੇ ਉਹਨਾਂ ਤੇ ਜ਼ਿਆਦਾ ਕਸਵੱਟੀ ਲੱਗਦੀ, ਕਿਉਂਕਿ ਉਹਨਾਂ ਦੇ ਅੰਦਰ ਸੂਖਸ਼ਮ ਰਿਸ਼ਤੇਪਣ ਪਿਆ ਹੁੰਦਾ। ਇਹ ਪਿਆ ਹੁੰਦਾ ਮੇਰੇ ਤੇ ਰਿਸ਼ਤੇਦਾਰੇ ਹੈ। ਕਈ ਵਾਰ ਉਹ ਚੀਜ਼ ਕੱਢਣ ਤੇ ਟਾਈਮ ਲੱਗ ਜਾਂਦਾ। ਹੁਣ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕੰਮ ਸ਼ੁਰੂ ਕਰ ਦਿੱਤਾ ਅੰਦਰ ਦਾ। ਆ ਗਏ, ਲੰਗਰ ਪਾਣੀ ਛਕਿਆ ਪਹਿਲੇ ਦਿਨ। ਉਸ ਦਿਨ ਤੋਂ ਬਾਅਦ ਸੰਗਤ 'ਚ ਰਹਿੰਦੇ ਆ ਗੁਰੂ ਅੰਗਦ ਦੇਵ ਜੀ ਨੇ ਬੁਲਾਇਆ ਹੀ ਨਹੀਂ ਵਿਸ਼ੇਸ਼ ਤੌਰ ਤੇ। ਜਿਵੇਂ ਦੂਜੀ ਸੰਗਤ ਹੈ ਉਸ ਤਰੀਕੇ ਆਉਂਦੇ ਜਾਂਦੇ ਬੈਠਦੇ। ਗੁਰੂ ਜੀ ਨੇ ਕੋਈ ਤਵੱਜੋ ਨਾ ਦਿੱਤੀ, ਕਿਉਂਕਿ ਗੁਰੂ ਘਰ ਦੇ ਵਿੱਚ ਇਹ ਚੀਜ਼ ਵੀ ਮਨਾਹੀ ਉਹ ਹੈ ਕਿ ਕਿਸੇ ਨੂੰ ਵਿਸ਼ੇਸ਼ਤਾ ਜੀ ਦੇਈ ਜਾਣੀ। ਅੱਜ ਕੱਲ੍ਹ ਤੇ ਸਾਡੀ ਕਮੇਟੀਆਂ ਵਾਲਿਆਂ ਨੇ ਉਸਤਤੀ ਦਾ ਮਨ ਨੂੰ ਠੇਕਾ ਹੀ ਲੈ ਲਿਆ। ਜੇ ਵੱਡੇ ਵੱਡੇ ਅਸਥਾਨ ਇਤਿਹਾਸਕ, ਉੱਥੇ ਇਤਿਹਾਸਕ ਅਸਥਾਨ, ਉੱਥੇ ਦੇ ਹੈੱਡ ਗ੍ਰੰਥੀ, ਉੱਥੇ ਦੇ ਪ੍ਰਧਾਨ ਫੜ ਫੜ ਕੇ ਮੈਂ ਇਹਨੇ 20,000 ਦਿੱਤਾ ਜੀ, ਇਹਨੇ 30,000 ਦਿੱਤਾ ਜੀ, ਬੜਾ ਵੱਡਾ ਦਾਨੀ ਹੈ ਜੀ, ਇਹਨੇ ਗੁਰੂ ਘਰ ਤੇ ਪਰਉਪਕਾਰ ਕਰਤਾ, ਇੱਦਾਂ ਦੀਆਂ ਗੱਲਾਂ ਵੀ ਕਰਦੇ ਸੁਣੇ ਜਾਣਗੇ। ਉਹ ਇਹ ਸਭ ਚਾਪਲੂਸ ਆਪਣੇ ਅਹੁਦਿਆਂ ਨੂੰ ਤੇ ਆਪਣੇ ਪੈਸਿਆਂ ਨੂੰ ਭੱਜੇ ਫਿਰਦੇ ਆ। ਉਂਝ ਗੁਰੂ ਘਰ ਦੀ ਮਰਿਆਦਾ ਇਹ ਨਹੀਂ ਆ। ਹਾਂ, ਕਿਸੇ ਨੇ ਕੋਈ ਸੇਵਾ ਦਿੱਤੀ ਆ, ਉਹਦੀ ਅਰਦਾਸ ਹੋ ਸਕਦੀ ਹੈ, ਪਰ ਵਾਰ-ਵਾਰ ਸੰਗਤ ਨੂੰ ਛੋਟਾ ਕਰੀ ਜਾਣਾ, ਉਹ ਬੰਦੇ ਨੂੰ ਵੱਡਾ ਕਰੀ ਜਾਣਾ, ਇਹ ਗੱਲ ਠੀਕ ਨਹੀਂ। ਇਹਦੇ ਪਿੱਛੇ ਇੱਕ ਮਨੋਵਿਗਿਆਨ ਵੀ ਹੈ ਕਿ ਜਦੋਂ ਇੱਕ ਜਣੇ ਦਾ ਨਾਂ ਦੇਵਾਂਗੇ, ਉਹਦੀ ਜਾਤੀ ਦਾ, ਉਹਦੇ ਗੁਆਂਢ ਦਾ ਕੋਈ ਬੈਠਾ ਹੋਵੇ, ਉਹ ਕਹੂ ਮੈਂ ਪਿੱਛੇ ਕਿਉਂ ਰਹਾ, ਮੈਂ ਵੀ ਦੇਵਾਂ। ਤਾਂ ਇਹ ਰਾਜਨੀਤੀਆਂ ਗੁਰੂ ਘਰ 'ਚ ਨਹੀਂ ਵਰਤਣੀਆਂ ਚਾਹੀਦੀਆਂ। ਤਦੇ ਧਾਰਮਿਕ ਤੌਰ ਤੇ ਫਿਰ ਜੀਵਨ, ਆਤਮਿਕ ਤੌਰ ਤੇ ਜੀਵਨ ਘਟਦਾ ਜਾਂਦਾ। ਦਾਨ ਬਹੁਤ ਹੋ ਰਿਹਾ, ਸੋਨਾ ਬਹੁਤ ਲੱਗ ਰਿਹਾ, ਲੱਗਣਾ ਵੀ ਚਾਹੀਦਾ, ਪਰ ਅੰਦਰ ਬੈਠਣ ਵਾਲਿਆਂ 'ਚ ਸਿੱਖੀ ਖਤਮ ਹੁੰਦੀ ਜਾਂਦੀ। ਤੇ ਬਾਕੀ ਜਿੰਨੀ ਨਿਮਰਤਾ, ਆਜਿਜ਼ੀ, ਗਰੀਬੀ ਗੁਰੂ ਘਰ ਆਉਣ ਵਾਲਿਆਂ 'ਚ ਰਹੇ, ਚਲੋ ਇਹ ਤੇ ਚੱਲੀ ਜਾਣਾ ਕੰਮ। ਰਾਜਨੀਤਿਕ ਬੰਦੇ ਹੀ ਅੱਗੇ ਆਉਂਦੇ ਆ, ਉਹਨਾਂ ਨੇ ਕੰਮ ਕਰਨ ਨੂੰ ਹਟਣਾ ਨਹੀਂ, ਪਰ ਜਿਹੜੇ ਸੇਵਾਦਾਰ ਹੈ ਉਹ ਖੁਦ ਇਸ ਚੀਜ਼ ਨੂੰ ਧਿਆਨ ਰੱਖਣ। ਸੇਵਾ ਕਰਨ ਵਾਲੇ ਸੇਵਾ ਕਰਨ ਤੇ ਬਹੁਤਾ ਦਿਖਾਵੇ ਤੋਂ ਬਚਾ ਰੱਖਣ, ਤਾਂ ਕੁਝ ਬਚ ਸਕਦਾ ਹੈ। ਨਹੀਂ ਤੇ ਜਿਹੜਾ ਕੁਝ ਦਿਖ ਰਿਹਾ ਨਾ, ਦਿਖ ਰਿਹਾ ਦਿਖਾਵਾ, ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ, ਬਾਣੀ ਦਾ ਹੁਕਮ ਹੈ। ਜੇ ਦਿਖਾਵੇ 'ਚ ਪੈ ਗਏ ਬਸ ਗਿਆ ਹੁਕਮ। ਇਸ ਲਈ ਬਾਬਾ ਅਮਰਦਾਸ ਜੀ ਦੇ ਉੱਤੇ ਵਿਸ਼ੇਸ਼ ਤੌਰ ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਇਹ ਵੀ ਧਿਆਨ ਰੱਖਿਆ ਕਿ ਉਹਨਾਂ ਦਾ ਵਿਸ਼ੇਸ਼ ਕੋਈ ਜ਼ਿਕਰ ਵੀ ਨਾ ਕੀਤਾ। ਉਸ ਦਿਨ ਤੋਂ ਬਾਅਦ ਵਿਸ਼ੇਸ਼ ਬੁਲਾਇਆ ਵੀ ਨਹੀਂ, ਅੱਗੇ ਵੀ ਨਾ ਬਿਠਾਇਆ। ਸੰਗਤ 'ਚ ਬਹਿੰਦੇ ਆ ਤੇ ਇੱਦਾਂ ਹੀ ਸੇਵਾ ਕਰੀ ਜਾਂਦੇ ਹਨ। ਤੇ ਕਬਹੂ ਨਾ ਬਾਚ ਸ਼੍ਰੀ ਮੁਖ ਫਰਮਾਇਓ, ਗੁਰੂ ਅੰਗਦ ਦੇਵ ਮਹਾਰਾਜ ਨੇ ਆਪਣੇ ਮੁਖੋਂ ਕਦੇ ਕੋਈ ਬਚਨ ਵੀ ਨਾ ਬੁਲਾਇਆ, ਆਵਾਜ਼ ਵੀ ਨਾ ਮਾਰੀ। ਸੰਗਤ ਵਿੱਚ ਨਹਿ ਸੰਗਤ ਮਹਿ ਮਿਲਹਿ ਲਜਾਵੈ, ਸੰਗਤ ਦੇ ਵਿੱਚ ਸੰਗਤ ਮੈਂ ਮਿਲ ਕਰ ਤਬ ਜਾਵੈ। ਸੰਗਤ ਵਿੱਚ ਚਲੇ ਜਾਂਦੇ, ਜਿਵੇਂ ਦੂਜੀ ਸੰਗਤ ਹੈ ਉੱਦਾਂ ਕਰਦੇ। ਬਾਬਾ ਜੀ ਆਪ ਵੀ
ਅੱਗੇ ਅੱਗੇ ਹੋ ਕੇ ਨਹੀਂ ਬਹਿੰਦੇ, ਸਗੋਂ ਸ਼ਰਮ ਮਹਿਸੂਸ ਹੁੰਦੀ ਹੈ, ਮੈਂ ਅੱਗੇ ਜਿਹੇ ਹੋ ਕੇ ਕਿਉਂ ਬੈਠਾ, ਮੈਂ ਕੌਣ ਆ। ਇਹ ਧਾਰਮਿਕ ਗੁਣ ਹਨ ਇਹਨਾਂ ਦੇ। ਮਿਲ ਕਰ ਤਹਿ ਆਹਾਰ ਕੋ ਖਾਵਹਿ। ਸੰਗਤ ਵਿੱਚ ਬੈਠ ਕੇ ਪਿੱਛੇ ਜੇ ਬੈਠ ਜਾਣਾ, ਸੰਗਤ ਦੇ ਕਾਂਗਰੀ ਸਿੰਘਾਂ ਨੇ ਭੋਜਨ ਵਰਤਾ ਦੇਣਾ, ਉਹੀ ਛਕ ਲੈਂਦੇ ਹਨ। ਪਰਮੇਸ਼ਰ ਨਾਮ ਬਖਾਨੈ। ਸੰਗਤ ਵਿੱਚ ਦੋਵੇਂ ਸਮੇਂ ਸਿਮਰਨ ਹੁੰਦਾ ਹੈ ਸਤਨਾਮ ਵਾਹਿਗੁਰੂ ਦਾ। ਜਿਵੇਂ ਕਾਰ ਸੇਵਾ ਵਾਲੇ ਮਹਾਂਪੁਰਸ਼ ਕਰਦੇ ਨਾ, ਸਤਨਾਮ ਵਾਹਿਗੁਰੂ ਦਾ ਜਾਪ। ਸਾਡੇ ਉੱਪਰ ਪਾਟੀ ਖਤਮ ਹੋ ਗਈ ਹੁਣ। ਲੰਗਰ ਦੇ ਵਿੱਚ ਪਹਿਲੇ ਸਮੇਂ ਦੇ ਵਿੱਚ ਸਿਮਰਨ ਹੋਇਆ ਕਰਦੇ ਸਨ, ਪ੍ਰਸ਼ਾਦੇ ਤੋਂ ਪਹਿਲਾਂ ਵੀ। ਜਿੰਨਾ ਸਮਾਂ ਭਾਂਡੇ ਵਰਤਾਏ ਜਾਂਦੇ, ਪ੍ਰਸ਼ਾਦੇ ਆਉਂਦੇ ਆ ਤੇ ਲਾਂਗਰੀ ਸਿੰਘ ਤਿਆਰ ਹੁੰਦੇ ਆ, ਉਹਨਾਂ ਸਮਾਂ ਗੱਲਬਾਤ ਨਹੀਂ ਕੋਈ ਕਰਨੀ, ਸਤਨਾਮ ਵਾਹਿਗੁਰੂ ਦਾ ਜਾਪ। ਫਿਰ ਇਕੱਠੇ ਹੋ ਕੇ ਅਰਦਾਸਾ ਸੋਧਣਾ, ਅਰਦਾਸ ਕਰਕੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦੇਣਾ, ਗੱਲਾਂ ਬਾਤਾਂ ਨੇ। ਫਿਰ ਪ੍ਰਸ਼ਾਦਾ ਕਿਸੇ ਨੇ ਛਕ ਲਿਆ, ਕੋਈ ਪਿੱਛੇ ਰਹਿੰਦਾ, ਸਾਰਿਆਂ ਨੇ ਇਕੱਠੇ ਹੀ ਉੱਠਣਾ। ਜਦੋਂ ਭੋਜਨ ਛਕ ਲੈਣਾ, ਫਿਰ ਬਰਤਨ ਚੁੱਕੇ ਜਾਣੇ, ਬੈਠ ਕੇ ਫਿਰ 10 ਮਿੰਟ ਸਤਨਾਮ ਵਾਹਿਗੁਰੂ ਅਰਦਾਸ ਹੋਣੀ। ਇਸ ਤਰੀਕੇ ਸਾਧ ਸੰਗਤ ਲੰਗਰ ਦੀ ਮਰਿਆਦਾ ਹੈ। ਪੁਰਾਤਨ ਸਥਾਨਾਂ ਦੇ ਉੱਤੇ ਮੈਂ ਵੇਖਿਆ, ਨਿਰਮਲ ਸੰਪਰਦਾ ਦੇ ਅੰਦਰ, ਉੱਥੇ ਅੱਜ ਵੀ ਮਹਾਂਪੁਰਸ਼ ਇਸੇ ਤਰੀਕੇ ਕਰਦੇ ਹਨ, ਨਾਮ ਜਪਦੇ ਹਨ। ਤਾਂ ਪੁਰਾਤਨ ਮਰਿਆਦਾ ਦੀ ਗੱਲ ਕਰ ਰਹੇ ਕਿ ਮਿਲ ਕਰ ਤਹਿ ਆਹਾਰ ਕੋ ਖਾਵੈ, ਸ਼੍ਰੀ ਪਰਮੇਸ਼ਰ ਨਾਮ ਬਖਾਨੈ। ਆਵ ਨਾ ਜਾਉ ਕਿਤ ਦ੍ਰਿੜ ਨਿਤ ਠਾਨੈ। ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਔਰ ਮਨ ਵਿੱਚ ਇਹ ਨਿਸ਼ਚਾ ਕਰਦੇ ਰੋਜ਼ ਵੀ ਹੁਣ ਇੱਥੋਂ ਇਹ ਦਰ ਛੱਡ ਕੇ ਨਹੀਂ ਜਾਣਾ। ਮਸਾਂ ਤੇ ਮਿਲਿਆ, ਕਿੱਥੇ ਜਾਣਾ ਹੋਰ। ਹੁਣ ਕਈ ਦਿਨ ਇੱਦਾਂ ਲੰਘ ਗਏ, ਰੋਜ਼ ਸੇਵਾ ਕਰਨੀ, ਸੰਗਤ ਵਿੱਚ ਲੱਗੇ ਰਹਿਣਾ। ਬਾਬਾ ਅਮਰਦਾਸ ਜੀ ਨੇ ਹੁਣ ਮਨ ਵਿੱਚ ਸੋਚ ਲਿਆ ਕਿ ਮੈਂ ਵੀ ਗੁਰੂ ਮਹਾਰਾਜ ਜੀ ਦੀ ਸੇਵਾ ਵੀ ਕਰਾਂ ਤੇ ਭਲਾ ਹੋਵੇ। ਸੇਵਾ ਚਾਹੀਏ ਗੁਰੂ ਕੀ, ਜਿਸ ਤੇ ਹੋਏ ਪਰਸੀਨਾ। ਸੇਵਾ ਮੈਂ ਗੁਰੂ ਮਹਾਰਾਜ ਜੀ ਦੀ ਜੇ ਹਜ਼ੂਰੀ ਸੇਵਾ ਮਿਲ ਜਾਏ ਤੇ ਬੜੀ ਵੱਡੀ ਗੱਲ ਹੈ। ਮਹਾਰਾਜ ਜੀ ਦੀ ਛੋਹ ਪ੍ਰਾਪਤ ਹੋ ਜਾਏ, ਉਹਨਾਂ ਦੀ ਸੰਗਤ ਮਿਲ ਜਾਏ। ਇਹ ਮਨ ਵਿੱਚ ਇਹਨਾਂ ਦੇ ਹੁਣ ਇਹ ਫੁਰਨਾ ਬਣ ਗਿਆ। ਇਹ ਪ੍ਰਵਾਹ ਗੁਰੂ ਹੈ, ਜਦ ਆਪ ਜਿਤ ਮੈਂ ਜਿਨ ਕੇ ਜਾ ਨਾ ਹੋਏ। ਠੀਕ ਹੈ, ਇਹ ਇਹਨਾਂ ਨੂੰ ਪਤਾ ਹੈ ਵੀ ਗੁਰੂ ਜੀ ਦੇ ਮਨ 'ਚ ਮੇਰੀ ਸੇਵਾ ਦੀ ਕੋਈ ਚਾਹਨਾ ਨਹੀਂ। ਗੁਰੂ ਜੀ ਦੇ ਦਰ ਤੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਸੇਵਾਦਾਰ ਹਨ। ਮੈਂ ਇੱਕ ਗੁਰੂ ਘਰ ਗਿਆ, ਉੱਥੇ ਜੋੜੇ ਘਰ 'ਚ ਇੱਕ ਬੜੀ ਸੋਹਣੀ ਚੀਜ਼ ਲਿਖੀ ਹੋਈ, ਯਾਦ ਰੱਖਣ ਵਾਲੀ ਹੈ। ਉੱਥੇ ਲਿਖਿਆ ਹੋਇਆ, ਗੁਰੂ ਘਰ ਦੀ ਸੇਵਾ ਕਰੀਏ ਤਾਂ ਮੁਕਦੀ ਨਹੀਂ। ਜੋੜੇ ਘਰ 'ਚ ਲਿਖ ਕੇ ਲਾਇਆ ਹੋਇਆ, ਗੁਰੂ ਘਰ ਦੀ ਸੇਵਾ ਕਰੀਏ ਤਾਂ ਮੁਕਦੀ ਨਹੀਂ। ਨਾਲ ਥੱਲੇ ਇੱਕ ਹੋਰ ਚੀਜ਼ ਲਿਖੀ ਹੋਈ, ਨਾ ਕਰੀਏ ਤਾਂ ਰੁਕਦੀ ਨਹੀਂ। ਨਾ ਕਰੋਗੇ ਕਿਹੜਾ ਰੁਕ ਜਾਣੀ ਹੈ, ਕਰ ਲਵਾਂਗੇ, ਕਰੀ ਚੱਲੋ, ਮੁੱਕਦੀ ਨਹੀਂ। ਹੋਰ ਤੋਂ ਹੋਰ, ਹੋਰ ਤੋਂ ਹੋਰ, ਨਾ ਕਰਾਂਗੇ ਕੋਈ ਹੋਰ ਆ ਜਾਊਗਾ ਇੱਥੇ। ਗੁਰੂ ਨਾਨਕ ਦਾ ਥੜਾ ਇੱਕ ਗਿਆ ਦੂਜਾ ਖੜਾ, ਇੱਥੇ ਨਹੀਂ ਘਾਟਾ ਪੈਂਦਾ। ਜੀਵਨ ਸਫਲ ਕਰਨਾ ਹੈ ਅਸੀਂ ਆਪਣਾ। ਕਦੇ ਇਹ ਨਹੀਂ ਸੋਚਣਾ ਮੇਰੇ ਜੈਸਾ ਕੋਈ ਸੇਵਾਦਾਰ ਵੱਡਾ ਨਹੀਂ, ਔਰ ਇਹ ਵੀ ਨਹੀਂ ਸੋਚਣਾ ਮੈਂ ਬਹੁਤਾ ਹੀ ਛੋਟਾ, ਮਹਾਰਾਜ ਦੇ ਸਾਰੇ ਇੱਕੋ ਜਿਹੇ ਹੀ ਅਸੀਂ ਸੇਵਾਦਾਰ। ਇਹ ਵੀ ਨਹੀਂ ਸੋਚਣਾ ਵੀ ਮੇਰੇ ਬਿਨਾਂ ਕੋਈ ਦੂਜਾ ਸੇਵਾ ਹੀ ਨਹੀਂ ਕਰ ਸਕਦਾ। ਕੋਈ ਵੀ ਸੇਵਾ ਹੋ, ਕਿਸੇ ਤਰ੍ਹਾਂ ਦੀ ਵੀ ਹੈ, ਇਕੱਲੀ ਝਾੜੂ ਮਾਰਨ ਦੀ, ਭਾਂਡੇ ਮਾਂਜਣ ਦੀ ਸੇਵਾ ਨਹੀਂ, ਸਾਰੀਆਂ ਸੇਵਾਵਾਂ ਹੀ ਹੈ। ਭਾਵੇਂ ਕੋਈ ਕੁਰਸੀ ਤੇ ਬੈਠਾ, ਭਾਵੇਂ ਕੋਈ ਦਰਬਾਰ ਵਿੱਚ ਬੈਠਾ, ਭਾਵੇਂ ਕੋਈ ਚੌਰ ਕਰਦਾ, ਭਾਵੇਂ ਕੋਈ ਝਾੜੂ ਮਾਰਦਾ, ਭਾਵੇਂ ਕੋਈ ਲੰਗਰ ਦੇ ਵਿੱਚ ਲੰਗਰ ਵਰਤਾਉਂਦਾ, ਸਭ ਸੇਵਾਦਾਰਾਂ ਸੀ। ਗੁਰੂ ਦੇ ਮਾਲਕ ਗੁਰੂ ਹੈ। ਕੋਈ ਲਾਲ ਪੈਨ ਵਾਲਾ, ਕੋਈ ਹਰੇ ਪੈਨ ਵਾਲਾ, ਕੋਈ ਕਾਲੇ ਪੈਨ ਵਾਲਾ ਮਾਲਕ ਨਹੀਂ ਤੁਹਾਡਾ ਗੁਰੂ ਘਰ ਦਾ। ਸਾਨੂੰ ਜੋ ਮਿਲਦਾ ਸਾਡੇ ਪਰਿਵਾਰ ਦੇ ਲਈ, ਆਹ ਗੁਰੂ ਬੈਠਾ, ਗੁਰੂ ਦੇ ਖਜ਼ਾਨੇ 'ਚੋਂ ਮਿਲਦਾ ਹੈ। ਕਿਸੇ ਦੇ ਪਿਓ ਦਾ ਨਹੀਂ, ਨਾ ਕੋਈ ਆਪਣੇ ਪਿਓ ਦੀ ਜੇਬ 'ਚੋਂ ਦੇ ਸਕਦਾ, 1 ਮਹੀਨਾ ਨਹੀਂ ਦੇ ਸਕਦਾ ਕੋਈ। ਲੈ ਤੇ ਭਾਵੇਂ ਜਾਵੇ, ਕੱਟ ਤੇ ਭਾਵੇਂ ਲਵੇ ਤੁਹਾਡੇ। ਇਸ ਲਈ ਗੁਰੂ ਦੇ ਵਫਾਦਾਰ ਬਣ ਕੇ ਰਹਿਣਾ ਚਾਹੀਦਾ।
ਹੋਰ ਕਿਸੇ ਦੀ ਪਰਵਾਹ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਕਦੇ। ਪਰ ਨਾਲੋਂ ਨਾਲ ਸੇਵਾ ਕਰਦਿਆਂ ਇਹ ਭਾਵ ਰੱਖੋ ਵੀ ਮੇਰੀ ਸੇਵਾ ਜਿਹੜੀ ਮੈਂ ਕਰਨੀ ਉਹ ਮੇਰੇ ਲਈ ਕਰਨੀ ਹੈ। ਮੈਂ ਗੁਰੂ ਨੂੰ ਮੇਰੀ ਸੇਵਾ ਦੀ ਕੋਈ ਲੋੜ ਨਹੀਂ। ਗੁਰੂ ਬੇਪਰਵਾਹ ਹੈ। ਗੁਰੂ ਦੀ ਨਾ ਵੀ ਕੋਈ ਸੇਵਾ ਕਰੇ ਗੁਰੂ ਘਟਣ ਨਹੀਂ ਲੱਗਾ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਹੋ ਮਰੈ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੁੱਕੈ ਭੋਗ। ਉਹਨੂੰ ਕੋਈ ਫਰਕ ਨਹੀਂ ਪੈਂਦਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਉਹਨੂੰ ਤਿਲ ਜਿੰਨਾ ਫਰਕ ਨਹੀਂ ਪੈਂਦਾ। ਇਸ ਤਰੀਕੇ ਦੇ ਨਾਲ ਬਾਬਾ ਅਮਰਦਾਸ ਜੀ ਜਾਣਦੇ ਐ ਇਸ ਗੱਲ ਨੂੰ ਵੀ ਮੈਂ ਸੇਵਾ ਕਰਨ ਲੱਗ ਜਾਵਾਂ ਤਾਂ ਕੋਈ ਬਹੁਤੀ ਨਹੀਂ ਹੋ ਜਾਣੀ, ਮੈਂ ਨਹੀਂ ਕਰਦਾ ਤਾਂ ਉੱਥੇ ਘੱਟ ਨਹੀਂ ਹੈ। ਉਹ ਤੇ ਬੇਪਰਵਾਹ ਹਨ। ਕਿਉਂ? ਮਨ ਵਿੱਚ ਸੋਚਦੇ ਹਨ ਤਾਂ ਵੀ ਦਾਸ ਹੈ ਨਾ ਜਿਹੜਾ, ਉਹ ਸੇਵਾ ਕਰੇ ਮਨ ਦੇ ਅੰਦਰ ਪ੍ਰੇਮ ਰੱਖ ਕੇ। ਗੁਰੂ ਘਰ ਦੇ ਅੰਦਰ ਜਾਂ ਗੁਰੂ ਨੂੰ ਭਾਵੇਂ ਸਾਡੀ ਸੇਵਾ ਦੀ ਨਾ ਵੀ ਜ਼ਰੂਰਤ ਹੋਵੇ ਤਾਂ ਵੀ ਸੇਵਾਦਾਰ ਨੂੰ ਸੇਵਾ ਕਰਨੀ ਚਾਹੀਦੀ ਮਨ ਲਾ ਕੇ। ਗੁਰੂ ਘਰ ਦੀ ਸੇਵਾ ਤੇ ਗੁਰ ਸੇਵਾ ਤਾਪਾਂ ਸਿਰ ਤਪਸਾਰ। ਗੁਰੂ ਘਰ ਦੇ ਅੰਦਰ ਉਹ ਹੱਠ ਤਪਦੀ ਨਹੀਂ, ਥਾਂ ਨਹੀਂ ਹੈ ਵੀ ਕੋਈ ਪੁੱਠੇ ਲਟਕੇ, ਕੋਈ ਜਲ ਧਾਰੇ ਕਰੇ, ਕੋਈ ਧੂਣੀਆਂ ਤਪਾਵੇ, ਇਹ ਨਹੀਂ। ਭੁੱਖਾ ਪਿਆਸਾ ਰਹੇ, ਵਰਤ ਰੱਖੇ, ਉਹ ਨਹੀਂ। ਸਾਡੇ ਗੁਰੂ ਘਰ ਦੇ ਵਿੱਚ ਤੇ ਸੇਵਾ ਕਰਨੀ ਏਦੋਂ ਵੱਡਾ ਤਾਪ ਦੁਨੀਆ ਤੇ ਕੋਈ ਮੰਨਦਾ ਹੀ ਨਹੀਂ ਗੁਰੂ ਕਾ ਸਿੱਖ। ਇਸ ਲਈ ਪ੍ਰਥਮ ਜੁਗਨ ਮੈਂ ਤਪ ਕੋ ਤਾਪੈ। ਪਹਿਲੇ ਯੁੱਗਾਂ ਦਾ ਧਰਮ ਸੀ, ਲੋਕੀ ਤਪ ਤਪਾਉਂਦੇ ਸਨ, ਭੁੱਖੇ ਰਹਿੰਦੇ ਸਨ, ਪਿਆਸੇ ਰਹਿੰਦੇ ਸਨ, ਦੁੱਖ ਸਹਾਰਦੇ ਸਨ। ਭੁੱਖ ਪਿਆਸ ਵੀ ਸਹਿੰਦੇ ਸਨ ਸਰੀਰ ਦੇ ਉੱਤੇ। ਹਾਂ, ਪੰਚਾਂਗਨ ਤਾਪੈ, ਪੰਜ ਪੰਜ ਅੱਗਾਂ ਧੂਣੀਆਂ ਲਾ ਕੇ ਤਪਾਉਂਦੇ, ਜਲ 'ਚ ਬਹਿੰਦੇ, ਮੀਂਹ ਸਹਾਰਦੇ, ਤਪ ਕਰਦੇ, ਨੰਗੇ ਰਹਿੰਦੇ ਸਨ ਨਗਨ। ਸਰੀਰ ਦੇ ਉੱਤੇ ਥੋੜ੍ਹਾ ਜਿਹਾ ਕੱਪੜਾ ਜਿਹਾ ਬੰਨ੍ਹ ਲੈਣਾ, ਲੰਗੋਟਾ ਜਿਹਾ, ਸਰੀਰ ਨੂੰ ਮੀਂਹ ਵਿੱਚ ਝੱਲਣਾ, ਨੰਗੇ ਪੈਰੀ ਰਹਿਣਾ। ਬੜੇ ਤਪ ਲੋਕੀ ਕਰਦੇ ਸਨ। ਪੜ੍ਹਦੇ ਅੱਗੇ। ਸਰੀਰ ਤੇ ਮੀਂਹ ਚੱਲਦੇ, ਹਨੇਰੀ ਚੱਲਦੇ, ਸਰੀਰ ਦੇ ਉੱਤੇ ਕੱਪੜਾ ਵੀ ਕੋਈ ਲੰਗੋਟਾ ਧਾਰਨ ਕਰਦੇ, ਮੀਂਹ ਵਿੱਚ ਰਹਿੰਦੇ, ਇੰਨੇ ਤਪ ਕਰਦੇ ਪਹਿਲਾਂ ਲੋਕੀ। ਇੱਕ ਪੈਰ ਤੇ ਖੜ ਜਾਂਦੇ, ਕਿੰਨਾ ਕਿੰਨਾ ਸਮਾਂ ਇੱਕ ਪੈਰ ਤੇ ਖੜਨਾ, ਕਿੰਨਾ ਔਖਾ ਤਪ ਕਰਦੇ ਸਨ ਪਹਿਲਾਂ। ਕਿਤੇ ਕਿਤੇ ਉੱਤੇ ਨੂੰ ਬਾਹਾਂ ਚੁੱਕ ਕੇ, ਦੋਵੇਂ ਬਾਹਾਂ ਉੱਤੇ ਚੁੱਕ ਲੈਣੀਆਂ, ਬਸ ਖੜੇ ਰਹਿਣਾ, ਇਹ ਤਪ ਕਰਦੇ ਸਨ। ਕਈ ਕਿਸੇ ਦਰਖਤ ਤੇ ਲਟਕ ਜਾਣਾ, ਪੈਰ ਉੱਤੇ ਨੂੰ ਕਰਕੇ, ਸਿਰ ਥੱਲੇ ਕਰਕੇ, ਸਾਰਾ ਵਹਾਓ ਸਰੀਰ ਦਾ, ਖੂਨ ਦਾ ਬਦਲ ਜਾਂਦਾ। ਬੜਾ ਔਖਾ ਹੁੰਦਾ ਇਹ, ਸੌਖਾ ਨਹੀਂ ਹੈ ਕੰਮ, ਪਰ ਬੜਾ ਕਰਦੇ ਲੋਕੀ ਏਦਾਂ। ਉਦੋਂ ਐਸੇ ਪਹਿਲੇ ਯੁੱਗਾਂ 'ਚ ਇੰਨੇ ਤਪ ਕਰਦੇ ਕਿ ਪ੍ਰਮਾਤਮਾ ਏਦਾਂ ਖੁਸ਼ ਹੋ ਜਾਏਗਾ। ਹੁਣ ਕਲਯੁੱਗ ਦੇ ਅੰਦਰ ਉਹ ਸਾਰੀ ਚੀਜ਼ਾਂ ਦੇ ਤਪਾਂ ਦਾ ਫਲ, ਉਹ ਕਰਕੇ ਜੋ ਕੁਝ ਮਿਲਦਾ। ਜਿਹੜਾ ਕੋਈ ਸਤਸੰਗਤ ਦੀ ਭਾਵਨਾ ਨਾਲ, ਪਿਆਰ ਨਾਲ ਸੇਵਾ ਕਰੇ ਨਾ, ਉਹ ਸਾਰੇ ਫਲ ਮਿਲ ਜਾਂਦੇ ਇੱਥੇ। ਪਰ ਸਾਡੇ ਵਾਲਿਆਂ ਨੂੰ ਪਤਾ ਨਹੀਂ ਕੀ ਹੋ ਜਾਂਦਾ, ਨਾਲੇ ਖਾਂਦੇ ਪੀਂਦੇ ਆ, ਧੱਕੇ ਮਾਰਦੇ ਸੰਗਤ ਨੂੰ। ਇਹ ਤਾਂ ਇੰਨੇ ਬਦ ਅਖਲਾਕ, ਬਦ ਜ਼ੁਬਾਨੇ ਹੋ ਗਏ। ਮੈਂ ਸੋਚਦਾ ਸਰਕਾਰੀ ਆਫਿਸਾਂ 'ਚ ਵੀ ਬੰਦੇ ਇੱਦਾਂ ਨਹੀਂ ਬੋਲਦੇ ਜਿਵੇਂ ਇਹ ਬੋਲਦੇ ਆ। ਇਹਨਾਂ ਨੂੰ ਨੱਥ ਪੈਣੀ ਚਾਹੀਦੀ ਹੈ, ਇਹਨਾਂ ਨੂੰ ਅਕਲ ਆਉਣੀ ਚਾਹੀਦੀ ਹੈ। ਪ੍ਰੇਮ ਨਾਲ ਆਵੇ ਆਵੇ, ਨਹੀਂ ਸਖਤ ਐਕਸ਼ਨ ਲੈਣਾ ਚਾਹੀਦਾ। ਇਹੋ ਜਿਹੇ ਬੰਦਿਆਂ ਦੀ ਗੁਰੂ ਘਰ 'ਚ ਕੋਈ ਜ਼ਰੂਰਤ ਨਹੀਂ।
ਜਿਹੜੇ ਗੁਰੂ ਕੀ ਸੰਗਤ ਨਾਲ ਤਮੀਜ਼ ਨਾਲ ਗੱਲ ਨਹੀਂ ਕਰਨ ਜਾਣਦੇ। ਕੀ ਗੱਲ, ਮਾਲਕ ਗੁਰੂ ਤੇ ਗੁਰੂ ਕੀ ਸੰਗਤ ਹੈ। ਅਸੀਂ ਤੁਸੀਂ ਸਭ ਪ੍ਰਬੰਧਕ ਹੈ, ਸੰਗਤ ਦੇ ਸੇਵਾਦਾਰ ਹਾਂ ਅਸੀਂ। ਮਾਲਕ ਗੁਰੂ ਤੇ ਗੁਰੂ ਕੀ ਸੰਗਤ ਹੈ। ਅਸੀਂ ਮਾਲਕ ਬਣੇ ਬੈਠੇ, ਸਾਡਾ ਘਰ ਦਾ ਕੁਛ ਨਹੀਂ ਇੱਥੇ। ਇਸ ਲਈ ਇਹ ਗੱਲਾਂ ਭਾਵੇਂ ਕੌੜੀਆਂ ਵੀ ਲੱਗਣ, ਪਰ ਸੱਚ ਹੈ, ਇਹ ਸੱਚਾਈ ਹੈ। ਜਿੰਨੀ ਛੇਤੀ ਇਹ ਗੱਲ ਨੂੰ ਸਮਝ ਜਾਵਾਂਗੇ, ਗੁਰੂ ਕੀ ਖੁਸ਼ੀ ਉਨੀ ਛੇਤੀ ਮਿਲ ਜਾਏ। ਤੇ ਨਹੀਂ ਤੇ ਕਦੇ ਕਿਸੇ ਦੀ ਖੁਸ਼ੀ ਲੈਣੀ ਪਊ, ਕਦੇ ਕਿਸੇ ਦੀ ਲੈਣੀ ਪਊ। ਅੱਜ ਉਹ ਆ ਗਿਆ, ਅੱਜ ਫਲਾਣਾ ਆ ਗਿਆ, ਅੱਜ ਉਹ ਆ ਗਿਆ। ਆਹੀ ਇਹ ਨਹੀਂ ਮੁੱਕਣੇ, ਨਿੱਤ ਬਦਲਦੇ ਰਹਿੰਦੇ ਕੁਰਸੀਆਂ ਤੇ ਬੈਠਣ ਵਾਲੇ। ਗੁਰੂ ਨਹੀਂ ਬਦਲਦਾ, ਗੁਰੂ ਇੱਕੋ ਹੀ ਆ, ਸਦਾ ਹੀ ਆ। ਸਾਹਿਬ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਆਹਾ, ਉਹ ਸਦਾ ਹੀ ਹੈ ਭਾਈ। ਇਸ ਕਰਕੇ ਪ੍ਰੇਮ ਨਾਲ ਸੇਵਾ ਕਰੇ। ਤੇ ਕਹਿੰਦੇ ਆ ਜਿੰਨੇ ਉੱਤੇ ਤਪ ਦੱਸਿਆ, ਪੁੱਠੇ ਲਟਕਣਾ, ਜਲ ਧਾਰੇ ਕਰਨਾ, ਨੰਗੇ ਫਿਰਨਾ, ਹੱਥ ਤਾਹ ਨੂੰ ਕਰਕੇ ਖੜੇ ਹੋ ਜਾਣਾ, ਧੂਣੀਆਂ ਤਪਾਉਣੀਆਂ, ਭੁੱਖੇ ਰਹਿਣਾ, ਪਿਆਸੇ ਰਹਿਣਾ, ਇਹ ਸਾਰੇ ਤਪਾਂ ਦਾ ਫਲ ਗੁਰੂ ਕੀ ਸੰਗਤ ਨੂੰ ਪ੍ਰੇਮ ਨਾਲ ਸੇਵਾ ਕਰੇ। ਤੇ ਕਹਿੰਦੇ ਸੋ ਤਪ ਫਲ ਅਬ ਕਲੀ ਕਾਲ ਮੈਂ, ਸਤ ਸੰਗਤ ਸੇਵਨ ਕਰੀ ਅੰਤ। ਸਤ ਸੰਗਤ ਦੀ ਸੇਵਾ ਕਰਨ ਨਾਲ ਸਾਰਾ ਕੁਝ ਮਿਲ ਜਾਂਦਾ। ਬੋਲੋ ਨਾਮ ਸ਼੍ਰੀ ਵਾਹਿਗੁਰੂ। ਕਿੱਡਾ ਵੱਡਾ ਫਲ ਹੈ ਜੇ ਸਮਝੇ ਕੋਈ। ਗੁਰੂ ਘਰ ਦੇ ਵਿੱਚ ਤੇ ਕਈ ਪ੍ਰਕਾਰ ਦੀ ਸੇਵਾ। ਕਈ ਬੰਦੇ ਸੇਵਾ ਨੂੰ ਛੋਟਾ ਵੱਡਾ ਸਮਝਦੇ, ਪਰ ਗਲਤ ਹੈ। ਇੱਕ ਮਾਈ, ਉਹਦੇ ਹੱਥਾਂ ਨੂੰ ਕੋਈ ਪ੍ਰੋਬਲਮ ਸੀ, ਕੋਈ ਖਾਰਸ਼ ਬਿਮਾਰੀ ਸੀ, ਦਵਾਈ ਵਗੈਰਾ ਲਾਉਂਦੀ ਸੀ। ਉਹ ਭੱਜ ਭੱਜ ਕੇ ਕਦੇ ਪੇੜਿਆਂ ਨੂੰ ਜਾਵੇ, ਕਦੇ ਰੋਟੀਆਂ ਨੂੰ ਜਾਵੇ। ਲੋਕ ਵੀ ਘੱਟ ਨਹੀਂ ਕਈ ਵਾਰੀ ਕਰਦੇ, ਸੇਵਾਦਾਰਾਂ ਨੂੰ ਕਿਤੇ ਕਿਤੇ ਸਖਤੀ ਵਰਤਣੀ ਪੈਂਦੀ, ਉਹਦੇ ਵੀ ਕਈ ਕਾਰਨ ਹੁੰਦੇ ਆ। ਉਹਦੇ ਹੱਥਾਂ ਨੂੰ ਬਿਮਾਰੀ ਲੱਗੀ, ਕਦੇ ਰੋਟੀਆਂ ਨੂੰ ਕਦੇ ਪੇੜਿਆਂ ਨੂੰ। ਸੇਵਾਦਾਰਾਂ ਨੇ 2-4 ਵਾਰ ਰੋਕਿਆ, ਮਾਈ ਉੱਧਰ ਸੇਵਾ ਕਰ ਲਓ। ਰਹਿਣ ਦੋ ਮਾਈ, ਇੱਥੇ ਸੇਵਾਦਾਰ ਹੈਗੇ ਵਿਚਾਰੇ, ਕੀ ਕਹਿਣ, ਉਹਨੂੰ ਬੇਇੱਜ਼ਤੀ ਹੁੰਦੀ ਜੇ ਸਿੱਧਾ ਕਹਿਣ। ਉਹ ਮਾਈ ਆ ਗਈ ਉੱਥੇ ਮੇਰੇ ਕੋਲ, ਕਹਿੰਦੀ ਦੱਸੋ। ਪਹਿਲਾਂ ਤੇ ਸੂਈ ਉਹਦੀ ਪੰਚਮ 'ਚ ਸੀ, ਪਹਿਲਾਂ ਤੇ 2-4 ਗਾਲਾਂ ਜੀਆਂ ਕੱਢੀਆਂ। ਇਹ ਮਸੰਦ ਹੈ, ਇਹ ਮਸੰਦ ਤੇ ਸੁਣੀ ਦਾ ਆਦਤ ਪਈ ਹੋਈ ਆ ਸਾਨੂੰ, ਲੋਕੀ ਆਮ ਕਹਿੰਦੇ ਆ। ਤੇ ਇਹ ਮਸੰਦ ਹੈ, ਇਹ ਪੁਜਾਰੀ ਆ, ਇਹ ਪਤਾ ਨਹੀਂ ਕੀ ਕੁਝ ਗਿਆ। ਮੈਂ ਕਿਹਾ ਵੀ ਹੁਣ ਜੇ ਮਾਈ ਮੈਨੂੰ ਰੋਕਿਆ ਗਾਲਾਂ ਕੱਢਣ ਵਾਸਤੇ ਰੋਕਿਆ, ਜੇ ਕੋਈ ਗੱਲ ਕਰਨੀ ਤਾਂ ਵੀ ਦੱਸ ਦੇ। ਕਹਿੰਦੀ ਗੱਲ ਕਰਨੀ ਭਾਈ।